ਜਿਵੇਂ ਕਿ ਤੁਸੀਂ ਸਾਖੀ ਗੁਰੂ ਨਾਨਕ ਦੇਵ ਜੀ ਅਤੇ ਸਵਰਗ ਦੀਆਂ ਗੱਲਾਂ ਵਿੱਚ ਦੇਖਿਆ ਕਿ ਪੰਡਾ ਧੱਤਰੀ ਅਤੇ ਗਿਆਨੀ ਜੀ ਦੀਆਂ ਅੱਖਾਂ ਗੁਰੂ ਜੀ ਦੇ ਗਿਆਨ ਨੇ ਖੋਲ੍ਹ ਦਿੱਤੀਆਂ ਸਨ। ਉਹ ਦੋਨੋਂ ਹੁਣ ਗੁਰੂ ਜੀ ਦੇ ਭਗਤ ਬਣ ਚੁੱਕੇ ਸਨ। ਜੇ ਤੁਸੀਂ ਉਹ ਸਾਖੀ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇਖੋ। ਗੁਰੂ ਜੀ ਜਗਨਨਾਥਪੁਰੀ ਵਿੱਚ ਨੇੜੇ ਦੇ ਇੱਕ ਖੂਹ ਦੇ ਕੋਲ ਭਾਈ ਮਰਦਾਨਾ ਜੀ ਦੇ ਨਾਲ ਕੁਝ ਹੋਰ ਦਿਨ ਉੱਥੇ ਗੁਜ਼ਾਰਨ ਲਈ ਰੁਕੇ। ਸਮੁੰਦਰ ਦੇ ਕੋਲ ਹੋਣ ਕਾਰਨ ਨੇੜੇ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਸੀ, ਜਦੋਂ ਕਿ ਗੁਰੂ ਜੀ ਜਿਸ ਖੂਹ ਦੇ ਕੋਲ ਰਹਿ ਰਹੇ ਸਨ ਸਿਰਫ ਉਸ ਦਾ ਪਾਣੀ ਹੀ ਮਿੱਠਾ ਸੀ। ਦੁਪਹਿਰ ਦਾ ਸਮਾਂ ਸੀ। ਗਿਆਨੀ ਪੰਡਿਤ ਜੀ ਆਏ ਤੇ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਏ। ਗੁਰੂ ਜੀ ਨੇ ਪੰਡਿਤ ਜੀ ਨੂੰ ਕਿਹਾ, ਈਸ਼ਵਰ ਦਾ ਨਾਮ ਜਪਦੇ ਰਹੋ। ਗੁਰੂ ਜੀ, ਮੈਂ ਆਪ ਜੀ ਦਾ ਦੇਵੀ ਰੂਪ ਸਾਖਸ਼ਾਤ ਦੇਖਿਆ ਹੈ। ਮੈਂ ਆਪ ਜੀ ਦਾ ਭਗਤ ਬਣ ਚੁੱਕਿਆ ਹਾਂ, ਪਰ ਫਿਰ ਵੀ ਮੇਰੇ ਮਨ ਵਿੱਚ ਇੱਕ ਸਵਾਲ ਹੈ। ਗੁਰੂ ਜੀ ਨੇ ਕਿਹਾ, ਜਦੋਂ ਤੱਕ ਆਪ ਨੂੰ ਆਪ ਦੇ ਹਰ ਸਵਾਲ ਦਾ ਜਵਾਬ ਨਾ ਮਿਲ ਜਾਵੇ ਉਦੋਂ ਤੱਕ ਤੁਹਾਨੂੰ ਪ੍ਰਸ਼ਨ ਪੁੱਛਦੇ ਰਹਿਣਾ ਚਾਹੀਦਾ ਹੈ। ਪ੍ਰਸ਼ਨਾਂ ਦੇ ਉੱਤਰ ਜਦੋਂ ਤੱਕ ਨਹੀਂ ਮਿਲਣਗੇ ਉਦੋਂ ਤੱਕ ਤੁਹਾਡੇ ਵਿੱਚ ਵਿਸ਼ਵਾਸ ਪੈਦਾ ਨਹੀਂ ਹੋਵੇਗਾ ਤਾਂ ਈਸ਼ਵਰ ਦੀ ਪ੍ਰਾਪਤੀ ਕਿਵੇਂ ਹੋਏਗੀ। ਤੁਸੀਂ ਬੇਝਿਜਕ ਹੋ ਕੇ ਪ੍ਰਸ਼ਨ ਪੁੱਛੋ। ਗੁਰੂ ਜੀ, ਆਪ ਜੀ ਨੇ ਕਿਹਾ ਈਸ਼ਵਰ ਦਾ ਨਾਮ ਜਪਦੇ ਰਹੋ। ਮੈਂ ਤਾਂ ਉਹੀ ਕਰ ਰਿਹਾ ਹਾਂ। ਇੱਥੋਂ ਤੱਕ ਕਿ ਪੰਡਾ ਧੱਤਰੀ ਵੀ ਈਸ਼ਵਰ ਦਾ ਨਾਮ ਜਪ ਰਹੇ ਹਨ। ਸਾਨੂੰ ਆਪਣੇ ਕਿਤੇ ਮਾੜੇ ਕੰਮਾਂ ਦਾ ਪਛਤਾਵਾ ਵੀ ਹੈ। ਉਸ ਤੋਂ ਬਾਅਦ ਵੀ ਆਪ ਕਹਿ ਰਹੇ ਹੋ ਈਸ਼ਵਰ ਦਾ ਨਾਮ ਜਪੋ। ਗੁਰੂ ਜੀ ਕਹਿਣ ਲੱਗੇ, ਤੁਸੀਂ ਈਸ਼ਵਰ ਦਾ ਨਾਮ ਨਹੀਂ ਜਪ ਰਹੇ, ਤੁਸੀਂ ਤਾਂ ਭਰਮ ਵਿੱਚ ਹੋ। ਇਸ ਭਰਮ ਵਿੱਚ ਕੁਝ ਪਲ ਮੂੰਹ ਤੋਂ ਈਸ਼ਵਰ ਦਾ ਨਾਮ ਉਚਾਰਨ ਨਾਲ ਹੀ ਈਸ਼ਵਰ ਨੂੰ ਯਾਦ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਦੀ ਪ੍ਰਾਪਤੀ ਹੋ ਸਕਦੀ ਹੈ। गुरु जी, क्या ईश्वर ਦਾ ਨਾਮ ਉਚਾਰਨ ਕਰਨਾ क्या ईश्वर ਦਾ ਨਾਮ ਜਪਣਾ ਨਹੀਂ ਹੈ। ਗੁਰੂ ਜੀ ਨੇ ਕਿਹਾ, ਜਿਸ ਈਸ਼ਵਰ ਦਾ ਆਪ ਪਾਠ ਕਰਦੇ ਹੋ ਉਸ ਪਾਠ ਨੂੰ ਕਰਨ ਤੋਂ ਪਹਿਲਾਂ ਆਪ ਦਾ ਉਹਨਾਂ ਪ੍ਰਤੀ ਪ੍ਰੇਮ ਹੋਣਾ ਚਾਹੀਦਾ ਹੈ। ਉਹ ਕਿਵੇਂ ਗੁਰੂ ਜੀ? ਪ੍ਰੇਮ ਹੋਣ ਦਾ ਅਰਥ ਹੈ ਆਪ ਦਾ ਉਹਨਾਂ ਪ੍ਰਤੀ ਵਿਸ਼ਵਾਸ ਹੋਣਾ ਕਿ ਉਹ ਸਹੀ ਹੈ। ਇਸ ਦ੍ਰਿਸ਼ ਅਤੇ ਅਦ੍ਰਿਸ਼ ਸੰਸਾਰ ਵਿੱਚ ਉਹ ਰਹਿੰਦਾ ਹੈ ਪਰ ਅਸੀਂ ਉਸ ਨੂੰ ਦੇਖ ਨਹੀਂ ਸਕਦੇ। ਉਹ ਨਿਰਾਕਾਰ ਹੈ ਪਰ ਸਰਵ ਵਿਆਪਕ ਹੈ। ਉਹ ਸਰਵ ਸ਼ਕਤੀਮਾਨ ਹੈ। ਉਹ ਸਰਵ ਉੱਤਮ ਆਤਮਾ ਹੈ। ਅਸੀਂ ਵੀ ਇੱਕ ਆਤਮਾ ਹਾਂ। ਈਸ਼ਵਰ ਪ੍ਰਿਥਵੀ ਨਹੀਂ ਹੈ ਪਰ ਉਹ ਜੀਵਿਤ ਹੈ। ਉਸਦੇ ਕੰਮ, ਉਸਦੇ ਵਿਚਾਰ, ਉਸਦੇ ਤਰੀਕੇ ਸਿਰਫ ਉਹੀ ਜਾਣਦੇ ਹਨ ਕਿਉਂਕਿ ਉਹ ਸਾਡੇ ਵਰਗਾ ਨਹੀਂ ਹੈ। ਗੁਰੂ ਜੀ, ਆਪ ਕਹਿ ਰਹੇ ਹੋ ਈਸ਼ਵਰ ਸਰਵ ਸ਼ਕਤੀਮਾਨ ਆਤਮਾ ਹੈ ਅਤੇ ਅਸੀਂ ਵੀ ਇੱਕ ਆਤਮਾ ਹਾਂ, ਤਾਂ ਫਿਰ ਸਾਡੇ ਦੋਹਾਂ ਵਿੱਚ ਫਰਕ ਕੀ ਹੈ? ਗੁਰੂ ਜੀ ਕਹਿਣ ਲੱਗੇ, ਜਿਸ ਤਰ੍ਹਾਂ ਨਦੀਆਂ ਸਾਗਰ ਵਿੱਚ ਮਿਲ ਸਕਦੀਆਂ ਹਨ ਪਰ ਸਾਗਰ ਨਦੀਆਂ ਵਿੱਚ ਨਹੀਂ, ਉਸੇ ਤਰ੍ਹਾਂ ਸਾਡੀ ਆਤਮਾ ਈਸ਼ਵਰ ਵਿੱਚ ਮਿਲ ਸਕਦੀ ਹੈ ਪਰ ਇਸ ਦਾ ਵਿਪਰੀਤ ਨਹੀਂ ਹੋ ਸਕਦਾ। ਈਸ਼ਵਰ ਦਾ ਜਾਪ ਮੂੰਹ ਨਾਲ ਕਰਨਾ ਈਸ਼ਵਰ ਨੂੰ ਯਾਦ ਕਰਨਾ ਨਹੀਂ ਹੈ। ਉਸ ਨੂੰ ਆਤਮਾ ਨਾਲ ਯਾਦ ਕਰੋ, ਮਨ ਨਾਲ ਕਰੋ, ਇਨਸਾਨੀਅਤ ਦਾ ਭਲਾ ਕਰੋ। ਆਪਣੇ ਮਨ ਵਿੱਚ ਦੂਜਿਆਂ ਪ੍ਰਤੀ ਦਇਆ ਰੱਖੋ। ਸੰਸਾਰਕ ਮੋਹ ਤੋਂ ਦੂਰ ਰਹੋ ਪਰ ਕਰਮ ਕਰਦੇ ਰਹੋ। ਗੁਰੂ ਜੀ, ਆਪ ਜੀ ਨੇ ਮੇਰੇ ਸਾਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਮੇਰੇ ਸਾਰੇ ਸ਼ੱਕੇ ਖਤਮ ਕਰ ਦਿੱਤੇ ਹਨ। ਗੁਰੂ ਜੀ ਕਹਿਣ ਲੱਗੇ, ਜਾਓ ਅਤੇ ਇੱਕ ਗੁਰਦੁਆਰਾ ਬਣਾਓ। ਉੱਥੇ ਈਸ਼ਵਰ ਦਾ ਭਜਨ ਕਰਨ ਅਤੇ ਸੰਗਤ ਦੇ ਬੈਠਣ ਦਾ ਪ੍ਰਬੰਧ ਕਰੋ। ਈਸ਼ਵਰ ਦਾ ਸੰਗੀਤ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਹੁਣ ਤੁਸੀਂ ਜਾਓ ਅਤੇ ਜੋ ਕਾਰਜ ਕਿਹਾ ਹੈ ਉਸ ਨੂੰ ਪੂਰਾ ਕਰੋ। ਅਜਿਹਾ ਕਹਿ ਕੇ ਗੁਰੂ ਜੀ ਨੇ ਪੰਡਿਤ ਜੀ ਦੇ ਸਿਰ ਤੇ ਹੱਥ ਰੱਖ ਦਿੱਤਾ। ਹੱਥ ਸਿਰ ਤੇ ਰੱਖਦੇ ਹੀ ਉਹਨਾਂ ਦਾ ਪੂਰਾ ਸਰੀਰ ਹਲਕਾ ਹੋ ਗਿਆ। ਉਹਨਾਂ ਦਾ ਸੋਇਆ ਮਨ ਜਾਗ ਗਿਆ। ਉਹਨਾਂ ਨੂੰ ਈਸ਼ਵਰ ਦੀ ਅਨੁਭੂਤੀ ਹੋਈ। ਜੋ ਤਾਂਤਰਿਕ ਵਿਦਿਆ ਉਹ ਪਹਿਲਾਂ ਕਰਦੇ ਸਨ ਉਸ ਨਾਲ ਉਹਨਾਂ ਦਾ ਦਿਮਾਗ ਭ੍ਰਸ਼ਟ ਹੋ ਗਿਆ ਸੀ, ਪਰ ਹੁਣ ਉਹਨਾਂ ਦਾ ਮਨ ਅਤੇ ਦਿਮਾਗ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ। ਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਉਹ ਪੰਡਾ ਧੱਤਰੀ ਦੇ ਕੋਲ ਗਿਆ। ਪੰਡਾ ਧੱਤਰੀ ਨੂੰ ਉਸਨੇ ਗੁਰੂ ਜੀ ਦੀ ਗੁਰਦੁਆਰੇ ਵਾਲੀ ਇੱਛਾ ਦੱਸੀ। ਉਸੇ ਦਿਨ ਇੱਕ ਘਰ ਨੂੰ ਗੁਰਦੁਆਰਾ ਬਣਾ ਦਿੱਤਾ ਗਿਆ। ਉਹ ਗੁਰਦੁਆਰਾ ਅੱਜ ਵੀ ਭੰਗੂ ਮੱਠ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੰਡਿਤ ਜੀ ਨੇ ਪੰਡਾ ਧੱਤਰੀ ਨੂੰ ਕਿਹਾ, पंडा जी, पूरी जनता गुरु जी ਨੂੰ ਮਿਲਣਾ ਚਾਹੁੰਦੀ ਹੈ। ਸਾਰੇ ਉਹਨਾਂ ਦੇ ਬਾਰੇ में ही ਗੱਲਾਂ ਕਰ ਰਹੇ ਹਨ। ਸਾਨੂੰ ਗੁਰੂ ਜੀ ਨੂੰ ਸਮੁੰਦਰ ਤਟ ਤੋਂ ਬਹੁਤ ਧੂਮਧਾਮ ਨਾਲ ਲਾਣਾ ਚਾਹੀਦਾ ਹੈ।
ਤੁਸੀਂ ਸਹੀ ਕਹਿ ਰਹੇ ਹੋ ਪੰਡਿਤ ਜੀ। ਸਾਰੇ ਲੋਕ ਗੁਰੂ ਜੀ ਨੂੰ ਮਿਲਣਾ ਚਾਹੁੰਦੇ ਹਨ, ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਅਸੀਂ ਗੁਰੂ ਜੀ ਨੂੰ ਬੜੀ ਧੂਮ-ਧਾਮ ਨਾਲ ਹਾਥੀ ਘੋੜਿਆਂ ਦੇ ਨਾਲ ਸ਼ਾਨਦਾਰ ਪਾਲਕੀ ਵਿੱਚ ਸਮੁੰਦਰ ਤੱਟ ਤੋਂ ਗੁਰਦੁਆਰੇ ਤੱਕ ਲੈ ਕੇ ਆਵਾਂਗੇ। ਪੂਰੀ ਤਿਆਰੀ ਇੱਕ ਹੀ ਦਿਨ ਵਿੱਚ ਕਰ ਦਿੱਤੀ ਗਈ। ਗੁਰੂ ਜੀ ਨੂੰ ਵੀ ਇਹ ਸਾਰੀ ਗੱਲ ਪਤਾ ਲੱਗ ਚੁੱਕੀ ਸੀ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਮੁਸਕਰਾਉਂਦੇ ਹੋਏ ਕਿਹਾ, ਮਰਦਾਨਾ ਦੇਖੋ ਈਸ਼ਵਰ ਦੀ ਸ਼ਕਤੀ। ਜੋ ਲੋਕ ਸਾਨੂੰ ਮਾਰਨਾ ਚਾਹੁੰਦੇ ਸਨ, ਅੱਜ ਉਹੀ ਸ਼ਾਨੋ ਸ਼ੌਕਤ ਨਾਲ ਸਾਨੂੰ ਲੈਣ ਆ ਰਹੇ ਹਨ। ਕਿ ਅੱਜ ਵੀ ਤੁਹਾਨੂੰ ਡਰ ਲੱਗ ਰਿਹਾ ਹੈ? ਗੁਰੂ ਜੀ, ਅੱਜ ਜਦੋਂ ਮੈਂ ਆਪ ਦੇ ਚਰਨਾਂ ਵਿੱਚ ਹਾਂ ਤਾਂ ਮੈਨੂੰ ਕਿਹੋ ਜਿਹਾ ਡਰ। ਸਾਰੇ ਲੋਕ ਸਮੁੰਦਰੀ ਤੱਟ ਵੱਲ ਬੜੀ ਧੂਮ-ਧਾਮ ਨਾਲ ਪਹੁੰਚ ਗਏ। ਪਰ ਉੱਥੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨਹੀਂ ਸਨ। ਸਾਰੇ ਲੋਕਾਂ ਨੇ ਸੋਚਿਆ ਕਿ ਗੁਰੂ ਜੀ ਜਗਨਨਾਥਪੁਰੀ ਨੂੰ ਛੱਡ ਚੁੱਕੇ ਹਨ। ਸਾਰੇ ਲੋਕ ਉਦਾਸ ਹੋ ਕੇ ਵਾਪਸ ਚਲੇ ਗਏ। ਵਾਪਸ ਆ ਕੇ ਲੋਕਾਂ ਨੇ ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹਿਆ। ਗੁਰੂ ਜੀ ਉੱਥੇ ਪਹਿਲਾਂ ਤੋਂ ਹੀ ਬਿਰਾਜਮਾਨ ਸਨ। ਭਾਈ ਮਰਦਾਨਾ ਜੀ ਦੇਵੀ ਸੰਗੀਤ ਵਜਾ ਰਹੇ ਸਨ। ਸਾਰੇ ਪਾਸੇ ਦੇਵੀ ਸ਼ਕਤੀ ਦਾ ਅਨੁਭਵ ਹੋ ਰਿਹਾ ਸੀ। ਗੁਰਦੁਆਰਾ ਜਗਮਗ ਪ੍ਰਕਾਸ਼ ਕਰ ਰਿਹਾ ਸੀ। ਪੰਡਾ ਧਤਰੀ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ ਆਪ ਮਹਾਨ ਹੋ। ਅਸੀਂ ਬਹੁਤ ਭਾਰੀ ਗਲਤੀ ਕੀਤੀ। ਅਸੀਂ ਮਸ਼ਾਲ ਲੈ ਕੇ ਸੂਰਜ ਨੂੰ ਲੈਣ ਗਏ ਸਨ। ਬਰਤਨ ਵਿੱਚ ਸਮੁੰਦਰ ਲਾਣਾ ਚਾਹੀਦੇ ਸੀ। ਆਪ ਪਰਮ ਪੂਜਯ ਹੋ। ਆਪ ਜੀ ਦਾ ਹਰ ਇੱਕ ਚਮਤਕਾਰ ਸਾਨੂੰ ਅੰਧ ਵਿਸ਼ਵਾਸ ਤੋਂ ਦੂਰ ਕਰ ਰਿਹਾ ਹੈ, ਸਾਨੂੰ ਮੁਕਤੀ ਵੱਲ ਲੈ ਜਾ ਰਿਹਾ ਹੈ। ਗੁਰੂ ਜੀ ਨੇ ਗੁਰਦੁਆਰੇ ਵਿੱਚ ਪਾਠ ਕੀਤਾ ਅਤੇ ਸਾਰੇ ਲੋਕ ਰੋਜ਼ ਪਾਠ ਸੁਣਨ ਆਉਣ ਲੱਗੇ। ਹੁਣ ਉੱਥੇ ਸਾਰੇ ਲੋਕ ਪੰਡਾਂ ਅਤੇ ਪੰਡਿਤਾਂ ਵਿੱਚ ਗੱਲਾਂ ਹੋਣ ਲੱਗੀਆਂ। ਪੰਡਾ ਜੀ, ਗੁਰੂ ਜੀ ਨੂੰ ਇੰਨਾ ਸਮਾਂ ਹੋ ਗਿਆ ਹੈ ਜਗਨਨਾਥ ਜੀ ਵਿੱਚ ਆਏ ਹੋਏ, ਪਰ ਉਹਨਾਂ ਨੇ ਅੱਜ ਤੱਕ ਸ਼੍ਰੀ ਜਗਨਨਾਥ ਭਗਵਾਨ ਦੇ ਦਰਸ਼ਨ ਨਹੀਂ ਕੀਤੇ। ਹਾਂ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਸ਼੍ਰੀ ਜਗਨਨਾਥ ਮੰਦਿਰ ਵਿੱਚ ਰੋਜ਼ ਭਗਵਾਨ ਦੇ ਸਾਹਮਣੇ ਪੰਡਤ ਜੀ ਆਰਤੀ ਕਰਦੇ ਸਨ। ਉੱਥੋਂ ਦੇ ਰਾਜੇ ਨੂੰ ਵੀ ਗੁਰੂ ਜੀ ਬਾਰੇ ਪਤਾ ਚੱਲ ਚੁੱਕਾ ਸੀ। ਉਹ ਵੀ ਗੁਰੂ ਜੀ ਦੇ ਭਗਤ ਬਣ ਚੁੱਕੇ ਸਨ। ਇੱਕ ਦਿਨ ਸਾਰੇ ਲੋਕ ਰਾਜੇ ਕੋਲ ਗਏ ਅਤੇ ਉਸ ਨੂੰ ਕਹਿਣ ਲੱਗੇ, ਮਹਾਰਾਜ, ਅਜੇ ਤੱਕ ਗੁਰੂ ਜੀ ਨੇ ਸ਼੍ਰੀ ਜਗਨਨਾਥ ਦੇ ਦਰਸ਼ਨ ਨਹੀਂ ਕੀਤੇ। ਆਪ ਜੀ ਉਹਨਾਂ ਨੂੰ ਨਿਮੰਤਰਣ ਦੇਵੋ। ਰਾਜੇ ਨੇ ਆਪਣਾ ਇੱਕ ਵਿਅਕਤੀ ਗੁਰੂ ਜੀ ਦੇ ਕੋਲ ਭੇਜਿਆ। ਗੁਰੂ ਜੀ, ਮਹਾਰਾਜ ਆਪ ਤੋਂ ਭਗਵਾਨ ਜਗਨਨਾਥ ਜੀ ਦੇ ਦਰਸ਼ਨ ਕਰਨ ਦੀ ਬੇਨਤੀ ਕਰ ਰਹੇ ਹਨ। ਉਹ ਕਹਿ ਰਹੇ ਹਨ ਉਹਨਾਂ ਨੂੰ ਬਹੁਤ ਪ੍ਰਸੰਨਤਾ ਹੋਵੇਗੀ ਜੇ ਉੱਥੇ ਆਪ ਆਪਣੇ ਹੱਥਾਂ ਨਾਲ ਆਰਤੀ ਕਰੋ। ਗੁਰੂ ਜੀ ਕਹਿਣ ਲੱਗੇ, ਭਗਵਾਨ ਜਗਨਨਾਥ ਜੀ ਦੀ ਆਰਤੀ ਰੋਜ਼ ਹੋ ਰਹੀ ਹੈ ਅਤੇ ਅਸੀਂ ਇੱਕ ਵਾਰ ਵੀ ਉੱਥੇ ਨਹੀਂ ਗਏ। ਅੱਜ ਅਸੀਂ ਜ਼ਰੂਰ ਆਵਾਂਗੇ। ਰਾਜਾ ਜੀ ਨੂੰ ਕਹਿ ਦਿਓ। ਪੰਡਾ ਧਤਰੀ ਦੇ ਦਿਮਾਗ ਵਿੱਚ ਕੁਝ ਚੱਲ ਰਿਹਾ ਸੀ। ਗੁਰੂ ਜੀ ਦੇ ਸਾਰੇ ਲੋਕ ਭਗਤ ਹੋ ਚੁੱਕੇ ਹਨ। ਅਸੀਂ ਉਹਨਾਂ ਨੂੰ ਰੋਕ ਵੀ ਨਹੀਂ ਪਾਏ। ਜੇਕਰ ਗੁਰੂ ਜੀ ਰੋਜ਼ ਮੰਦਿਰ ਵਿੱਚ ਆਣਗੇ ਤਾਂ ਮੰਦਿਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ਰਧਾਲੂ ਦਰਸ਼ਨਾਂ ਲਈ ਆਣਗੇ। ਇਸ ਤਰ੍ਹਾਂ ਸਾਡਾ ਨੁਕਸਾਨ ਵੀ ਨਹੀਂ ਹੋਵੇਗਾ, ਸਗੋਂ ਫਾਇਦਾ ਹੀ ਹੋਏਗਾ। ਸਾਰਿਆਂ ਨੇ ਗੁਰੂ ਜੀ ਦਾ ਬਹੁਤ ਆਦਰ ਨਾਲ ਅਸਥਾਨ ਗ੍ਰਹਿਣ ਕਰਵਾਇਆ। ਮੰਦਿਰ ਵਿੱਚ ਪੂਜਾ ਦੀ ਤਿਆਰੀ ਚੱਲ ਰਹੀ ਸੀ। ਸੋਨੇ ਚਾਂਦੀ ਦੀ ਥਾਲੀ ਵਿੱਚ ਇੱਕ ਦੀਵਾ ਰੱਖਿਆ ਹੋਇਆ ਸੀ। ਇੱਕ ਪਾਸੇ ਚੰਦਨ ਅਤੇ ਦੂਜੇ ਪਾਸੇ ਕਪੂਰ ਰੱਖਿਆ ਹੋਇਆ ਸੀ। ਢੋਲ ਨਗਾਰੇ ਵੱਜ ਰਹੇ ਸਨ। ਸਾਰੇ ਭਗਵਾਨ ਜਗਨਨਾਥ ਦੀ ਮੂਰਤੀ ਦੇ ਸਾਹਮਣੇ ਖੜੇ ਸਨ। ਆਰਤੀ ਸ਼ੁਰੂ ਹੋ ਗਈ, ਪਰ ਗੁਰੂ ਜੀ ਚੁੱਪਚਾਪ ਥੋੜੀ ਦੂਰ ਜਾ ਕੇ ਬੈਠ ਗਏ। ਉੱਥੇ ਖੁੱਲਾ ਅਸਮਾਨ ਦੇਖਿਆ ਜਾ ਸਕਦਾ ਸੀ। ਗੁਰੂ ਜੀ ਅਸਮਾਨ ਵੱਲ ਦੇਖਣ ਲੱਗੇ। ਇੱਕ ਪਾਸੇ ਭਗਵਾਨ ਜਗਨਨਾਥ ਜੀ ਦੀ ਆਰਤੀ ਚੱਲ ਰਹੀ ਸੀ ਅਤੇ ਦੂਜੇ ਪਾਸੇ ਗੁਰੂ ਜੀ ਈਸ਼ਵਰ ਦਾ ਸਿਮਰਨ ਕਰ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਜਾਦੂਈ ਚਮਕ ਸੀ। ਅੱਖਾਂ ਵਿੱਚੋਂ ਆਂਸੂ ਟਪਕ ਰਹੇ ਸਨ। ਗੁਰੂ ਜੀ ਦੇ ਚਿਹਰੇ ਤੇ ਦੇਵੀ ਪ੍ਰਕਾਸ਼ ਸੀ। ਦੂਜੇ ਪਾਸੇ ਆਰਤੀ ਖਤਮ ਹੋ ਚੁੱਕੀ ਸੀ। ਗੁਰੂ ਜੀ ਮੰਦਿਰ ਵਿੱਚ ਨਹੀਂ ਸਨ। ਰਾਜਾ ਨੇ ਕਿਹਾ, ਗੁਰੂ ਜੀ ਕਿੱਥੇ ਹਨ? ਦਿਖਾਈ ਨਹੀਂ ਦੇ ਰਹੇ।
हाँ महाराज, लगता है ਉਹ ਇੱਥੋਂ ਚਲੇ ਗਏ ਹਨ। ਉਹਨਾਂ ਨੇ ਤਾਂ ਆਰਤੀ ਵਿੱਚ ਹਿੱਸਾ ਹੀ ਨਹੀਂ ਲਿਆ। ਇਹ ਜਿਹੋ ਕਿਵੇਂ ਹੋ ਸਕਦਾ ਹੈ? ਪਰ ਜਦੋਂ ਉਹਨਾਂ ਨੇ ਗੁਰੂ ਜੀ ਨੂੰ ਇੱਧਰ ਉੱਧਰ ਲੱਭਿਆ ਤਾਂ ਦੇਖਿਆ ਕਿ ਗੁਰੂ ਜੀ ਖੁੱਲੇ ਅਸਮਾਨ ਦੇ ਥੱਲੇ ਬੈਠ ਕੇ ਬਹੁਤ ਹੀ ਧਿਆਨ ਨਾਲ ਅਸਮਾਨ ਨੂੰ ਦੇਖ ਰਹੇ ਹਨ। ਰਾਜਾ ਅਚੰਭੇ ਵਿੱਚ ਸੀ ਅਤੇ ਉਸ ਨੂੰ ਗੁੱਸਾ ਵੀ ਆ ਰਿਹਾ ਸੀ। ਪੰਡਾ ਤਤਰੀ, ਰਾਜਾ ਅਤੇ ਪੰਡਤ ਜੀ ਗੁਰੂ ਜੀ ਦੇ ਕੋਲ ਪਹੁੰਚੇ। ਜਦੋਂ ਉਹ ਗੁਰੂ ਜੀ ਦੇ ਨਜ਼ਦੀਕ ਗਏ ਤਾਂ ਜੋ ਆਬਾ ਉਹਨਾਂ ਨੇ ਗੁਰੂ ਜੀ ਦੇ ਚਿਹਰੇ ਤੇ ਦੇਖੀ, ਅਜਿਹੀ ਉਹਨਾਂ ਨੇ ਕਦੀ ਨਹੀਂ ਸੀ ਦੇਖੀ। ਉਹ ਉਹਨਾਂ ਨੂੰ ਕੁਝ ਕਹਿਣ ਤੋਂ ਵੀ ਝਿਜਕ ਰਹੇ ਸਨ। ਰਾਜਾ ਵੀ ਇਹ ਦੇਖ ਕੇ ਘਬਰਾ ਗਿਆ ਤੇ ਕੁਝ ਨਾ ਬੋਲਿਆ। ਥੋੜੀ ਦੇਰ ਬਾਅਦ ਗੁਰੂ ਜੀ ਕਹਿਣ ਲੱਗੇ, ਹੇ ਪਰਮਾਤਮਾ, ਤੂੰ ਮਹਾਨ ਹੈ। ਇਹ ਕਹਿਣ ਪਿੱਛੋਂ ਗੁਰੂ ਜੀ ਨੇ ਰਾਜੇ ਵੱਲ ਦੇਖਿਆ। ਰਾਜੇ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ, ਆਪ ਜੀ ਨੇ ਤਾਂ ਕਹਾ ਸੀ ਕਿ ਆਪ ਭਗਵਾਨ ਜਗन्नाथ ਜੀ ਦੀ ਆਰਤੀ ਵਿੱਚ ਜ਼ਰੂਰ ਹਿੱਸਾ ਲਵੋਗੇ, ਪਰ ਆਪ ਉੱਥੇ ਕਿਉਂ ਚਲੇ ਗਏ? ਤੁਸੀਂ ਇਹ ਜਿਹਾ ਕਿਉਂ ਕੀਤਾ ਗੁਰੂ ਜੀ? ਗੁਰੂ ਜੀ ਕਹਿਣ ਲੱਗੇ, ਹੇ ਰਾਜਨ, ਮੈਂ ਤਾਂ ਉਸ ਪਰਮ ਪਿਤਾ ਦੀ ਆਰਾਧਨਾ ਹੀ ਕਰ ਰਿਹਾ ਸੀ। ਤੁਸੀਂ ਹੀ ਆਰਾਧਨਾ ਨਹੀਂ ਕਰ ਰਹੇ ਸੀ। ਰਾਜਾ ਅਚੰਭੇ ਵਿੱਚ ਗੁਰੂ ਜੀ ਨੂੰ ਕਹਿਣ ਲੱਗਾ, ਗੁਰੂ ਜੀ, ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਅਸੀਂ ਤਾਂ ਭਗਵਾਨ ਜਗन्नाथ ਦੀ ਮੂਰਤੀ ਦੇ ਸਾਹਮਣੇ ਪੂਜਾ ਕਰ ਰਹੇ ਸੀ। ਦੱਸੋ, ਮੈਂ ਝੂਠ ਬੋਲ ਰਿਹਾ ਹਾਂ? ਗੁਰੂ ਜੀ, ਮਹਾਰਾਜ ਤਾਂ ਬਿਲਕੁਲ ਸਹੀ ਕਹਿ ਰਹੇ ਹਨ। ਉਹ ਤਾਂ ਉੱਥੇ ਹੀ ਸਨ, ਪਰ ਆਪ ਜੀ ਉੱਥੇ ਨਹੀਂ ਸੀ। ਗੁਰੂ ਜੀ, ਆਪ ਨੇ ਸਾਨੂੰ ਵਾਅਦਾ ਕੀਤਾ ਸੀ ਆਪ ਜੀ ਆਰਤੀ ਵਿੱਚ ਜ਼ਰੂਰ ਸ਼ਾਮਿਲ ਹੋਵੋਗੇ, ਪਰ ਆਪ ਨੇ ਆਰਤੀ ਵਿੱਚ ਸ਼ਾਮਿਲ ਨਾ ਹੋ ਕੇ ਚੰਗਾ ਨਹੀਂ ਕੀਤਾ। ਪਰ ਜਦੋਂ ਆਪ ਆਰਤੀ ਵਿੱਚ ਹੈ ਹੀ ਨਹੀਂ ਸੀ ਤਾਂ ਮੈਨੂੰ ਕਿਵੇਂ ਦੇਖ ਸਕਦੇ ਸੀ? ਇਸ ਲਈ ਮੈਨੂੰ ਆਪ ਨੇ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ, ਹੇ ਰਾਜਨ, ਮੈਂ ਈਸ਼ਵਰ ਦੀ ਆਰਾਧਨਾ ਕਰ ਰਿਹਾ ਸੀ, ਉਸ ਦਾ ਸਿਮਰਨ ਕਰ ਰਿਹਾ ਸੀ। ਤੁਸੀਂ ਤਾਂ ਪੱਥਰ ਦੀ ਮੂਰਤੀ ਦੀ ਪੂਜਾ ਕਰ ਰਹੇ ਸੀ, ਇਸੇ ਕਾਰਨ ਤੁਸੀਂ ਮੈਨੂੰ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ, ਪਰਮਾਤਮਾ ਜਿਸ ਨੇ ਇਸ ਸੰਸਾਰ ਨੂੰ ਬਣਾਇਆ ਹੈ, ਉਸ ਦੇ ਅਧੀਨ ਇਹ ਸੰਪੂਰਨ ਸੰਸਾਰ ਹੈ। ਉਸਨੇ ਹੀ ਸਾਨੂੰ ਵੀ ਬਣਾਇਆ ਹੈ। ਸਾਨੂੰ ਉਸ ਈਸ਼ਵਰ ਦੀ ਪੂਜਾ ਕਰਨੀ ਚਾਹੀਦੀ ਹੈ ਜੋ ਜੀਵਤ ਹੈ। ਜੋ ਜੀਵਤ ਨਹੀਂ ਹੈ ਉਹ ਤਾਂ ਇੱਕ ਪੁਤਲਾ ਹੈ ਜਿਸ ਨੂੰ ਕਲਾਕਾਰ ਨੇ ਬਣਾਇਆ ਹੈ। ਇਹ ਸੁਣਦੇ ਹੀ ਰਾਜਾ ਸੋਚ ਵਿੱਚ ਪੈ ਗਿਆ। ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ। ਉਸਨੇ ਕਾਫੀ ਸਮਾਂ ਪੰਡਾ ਤਤਰੀ ਅਤੇ ਪੰਡਤ ਜੀ ਨਾਲ ਗੱਲ ਕੀਤੀ। ਫਿਰ ਗੁਰੂ ਜੀ ਨੂੰ ਕਹਿਣ ਲੱਗਾ, ਆਪ ਕਿਹੋ ਜਿਹੀ ਪੂਜਾ ਅਰਚਨਾ ਕਰਦੇ ਹੋ, ਸਾਨੂੰ ਵੀ ਦੱਸੋ। ਗੁਰੂ ਜੀ ਕਹਿਣ ਲੱਗੇ, ਹੇ ਰਾਜਨ, ਈਸ਼ਵਰ ਸਾਰੇ ਪਾਸੇ ਹੈ ਅਤੇ ਉਹ ਕਿਸੇ ਇੱਕ ਕੋਨੇ ਵਿੱਚ ਨਹੀਂ ਹੈ। ਉਸ ਦੀ ਭਗਤੀ ਕਿਸੇ ਪੂਜਾ ਦੀ ਥਾਲੀ ਦਾ ਦੀਵਾ ਜਗਾ ਕੇ ਨਹੀਂ ਹੋ ਸਕਦੀ। ਉਸ ਪਰਮ ਪਿਤਾ ਪਰਮੇਸ਼ਵਰ ਦੇ ਲਈ ਤਾਂ ਖੁੱਲਾ ਅਸਮਾਨ ਥਾਲੀ ਹੈ। ਚੰਦ ਸੂਰਜ ਦੀਵੇ ਹਨ ਅਤੇ ਤਾਰੇ ਥਾਲੀ ਦੇ ਆਭੂਸ਼ਣ ਹਨ। ਚੰਦਨ ਦੇ ਦਰਖਤ ਉਸ ਲਈ ਸੁਗੰਧੀ ਦਿੰਦੇ ਹਨ। ਬਾਗਾਂ ਵਿੱਚ ਫੁੱਲ ਉਸ ਦੀ ਸਜਾਵਟ ਕਰਦੇ ਹਨ। ਜਦੋਂ ਅਸੀਂ ਕੁਦਰਤੀ ਪੂਜਾ ਕਰਦੇ ਹਾਂ ਤਾਂ ਸਾਨੂੰ ਪਰਮ ਆਨੰਦ ਦਾ ਅਨੁਭਵ ਹੁੰਦਾ ਹੈ। ਹੁਣ ਤੁਸੀਂ ਹੀ ਦੱਸੋ ਰਾਜਨ, ਹੋਰ ਕਿਸ ਤਰ੍ਹਾਂ ਸਾਨੂੰ ਪੂਜਾ ਕਰਨੀ ਚਾਹੀਦੀ ਹੈ? ਤਾਂ ਕਿ ਈਸ਼ਵਰ ਦੀ ਅੱਖਾਂ ਹਨ ਜੋ ਉਸ ਨੂੰ ਲੋਕਾਂ ਦੀ ਭਗਤੀ ਦਿਖਾਈ ਦਿੰਦੀ ਹੈ, ਕਿ ਉਸ ਦੀ ਨੱਕ ਹੈ ਜੋ ਉਸ ਨੂੰ ਸੁਗੰਧ ਆਉਂਦੀ ਹੈ, ਕਿ ਉਸ ਦੇ ਪੈਰ ਹਨ ਜੋ ਉਹ ਚੱਲ ਸਕਦਾ ਹੈ। ਗੁਰੂ ਜੀ ਕਹਿਣ ਲੱਗੇ, ਈਸ਼ਵਰ ਨਿਰਾਕਾਰ ਹੈ। ਉਸ ਦਾ ਕੋਈ ਆਕਾਰ ਨਹੀਂ ਹੈ, ਪਰ ਉਸ ਦੀਆਂ ਹਜ਼ਾਰਾਂ ਹੀ ਅੱਖਾਂ ਹਨ, ਕਿਉਂਕਿ ਉਹ ਆਪਣੇ ਅੰਤਰ ਆਤਮਾ ਨਾਲ ਕੁਝ ਵੀ ਕਰ ਸਕਦੇ ਹਨ। ਉਹਨਾਂ ਨੂੰ ਕੋਈ ਦੇਖ ਨਹੀਂ ਸਕਦਾ, ਪਰ ਉਹ ਸਭ ਨੂੰ ਦੇਖ ਸਕਦੇ ਹਨ। ਉਹਨਾਂ ਦੇ ਗਿਆਨ ਦੀ ਸੀਮਾ ਅਸੀਮ ਹੈ। ਉਹਨਾਂ ਦੇ ਪੈਰ ਨਹੀਂ ਹਨ, ਪਰ ਉਹਨਾਂ ਦੀ ਗਤੀ ਸੰਸਾਰ ਵਿੱਚ ਕਿਸੇ ਵੀ ਪਾਸੇ ਜੀਵ ਦੀ ਗਤੀ ਤੋਂ ਜ਼ਿਆਦਾ ਹੈ। ਉਹ ਸਭ ਨੂੰ ਜੀਵਨ ਦਿੰਦੇ ਹਨ, ਪਰ ਉਹਨਾਂ ਨੂੰ ਇਨਸਾਨ ਨਹੀਂ ਸਮਝ ਪਾਉਂਦੇ, ਜਦੋਂ ਕਿ ਉਸ ਈਸ਼ਵਰ ਨੇ ਇਨਸਾਨ ਨੂੰ ਸੰਪੂਰਨ ਗਿਆਨ ਦਿੱਤਾ ਹੈ। ਜੇ ਉਸ ਤੱਕ ਕੋਈ ਪਹੁੰਚ ਹੀ ਨਹੀਂ ਸਕਦਾ ਤਾਂ ਉਸ ਨੂੰ ਕੋਈ ਸਮਝੇਗਾ ਕਿਵੇਂ? ਗੁਰੂ ਜੀ ਕਹਿਣ ਲੱਗੇ, ਉਹ ਸਰਵ ਸ੍ਰੇਸ਼ਟ ਆਤਮਾ ਹੈ। ਉਹਨਾਂ ਦੀ ਆਤਮਾ ਹਰ ਕਿਸੇ ਦੇ ਜੀਵਨ ਵਿੱਚ ਇੱਕ ਚੰਗਿਆਰੀ ਦਾ ਕੰਮ ਕਰ ਰਹੀ ਹੈ। ਕੋਈ ਉਸ ਚੰਗਿਆਰੀ ਨੂੰ ਦੇਖ ਨਹੀਂ ਪਾਉਂਦਾ, ਪਰ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਗੁਰੂ ਦੇ ਮਾਧਿਅਮ ਰਾਹੀਂ ਉਸ ਦੇ ਚਰਨਾਂ ਵਿੱਚ ਡਿੱਗ ਜਾਈਏ। ਗੁਰੂ ਕੌਣ ਹੈ? ਕਿ ਉਹ ਪ੍ਰਭੂ ਅਤੇ ਸੰਸਾਰ ਵਿੱਚ ਹੈ। ਉਹ ਕਿੱਥੇ ਹੈ? ਜਿੱਥੇ ਉਸ ਨੂੰ ਪਾਣ ਦੀ ਲਾਲਸਾ ਤੇ ਪ੍ਰੇਮ ਹੋਵੇ। ਪਰੰਤੂ ਜੇ ਈਸ਼ਵਰ ਮੂਰਤੀ ਵਿੱਚ ਨਹੀਂ ਹੈ ਤੇ ਉਹ ਕਿੱਥੇ ਹੋਵੇਗਾ? ਉਹ ਕਣ-ਕਣ ਵਿੱਚ ਹੈ, ਤੁਹਾਡੇ ਵਿੱਚ ਹੈ, ਮੇਰੇ ਵਿੱਚ ਹੈ। ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਉਹ ਉੱਥੇ ਵੀ ਹੈ। ਰਾਜਾ ਨੇ ਗੁਰੂ ਜੀ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਗੁਰੂ ਜੀ ਨੂੰ ਕਿਹਾ,
मैं पूरी जिंदगी यही सोचता रहा कि ईश्वर दी प्राप्ति मूर्ति पूजा दे द्वारा की जा सकती है। अज मैं जान गया हाँ कि ईश्वर दी भक्ति सिर्फ मूर्ति पूजा तक सीमित नहीं है, ओ ता कन कन विच है। इथों तक साडे अंदर भी ईश्वर दा वास है। पूजा अर्चना किसी मूर्ति दे सामने करो ते एकांत विच या फिर भीड़ विच करो, पर जदों भी करो सच्चे मन नाल करो। इसलिए दुखी अते जरूरतमंदा दी मदद करो, ओ भी ईश्वर दी भक्ति दा एक मार्ग है। गुरु जी राजे ਨੂੰ ਈਸ਼ਵਰ ਦੀ ਭਗਤੀ ਦਾ ਸਹੀ ਮਾਰਗ ਦਿਖਾ ਕੇ ਆਪਣੀ ਅਗਲੀ ਯਾਤਰਾ ਲਈ ਚੱਲ ਪਏ। ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਤੁਸੀਂ ਸਾਡੀ ਐਪਲੀਕੇਸ਼ਨ ਵਿੱਚ ਸਾਖੀਆਂ ਕੈਟੇਗਰੀ ਵਾਈਜ਼ ਦੇਖ ਸਕਦੇ ਹੋ, ਗੁਰਬਾਣੀ ਸੁਣ ਸਕਦੇ ਹੋ ਅਤੇ ਪੜ੍ਹ ਸਕਦੇ ਹੋ। ਐਪ ਡਾਊਨਲੋਡ ਕਰਨ ਦੇ ਲਈ ਅਤੇ ਸਾਨੂੰ ਸਪੋਰਟ ਕਰਨ ਲਈ ਡਿਸਕ੍ਰਿਪਸ਼ਨ ਦੇਖੋ। ਸਤਨਾਮ ਸ਼੍ਰੀ ਵਾਹਿਗੁਰੂ।